50 ਸਾਲ ਤੋਂ ਬਾਅਦ ਚਾਂਸਿਸ ਹੁੰਦੇ, ਕਈ ਵਾਰੀ ਇਹ 70-80 ਸਾਲ ਤੋਂ ਬਾਅਦ ਵੀ ਹੁੰਦੀ ਹੈ, ਲੇਕਿਨ ਏਜ ਦਾ ਇਹਦੇ 'ਚ ਕੋਈ ਗਾਰੰਟੀ ਨਹੀਂ, ਕਿਉਂਕਿ ਇਹ ਬਿਮਾਰੀ ਹੈਗੀ ਹੈ ਬ੍ਰੇਨ ਡਿਸਆਰਡਰ। ਇਹ ਕਿਸੇ ਕਾਰਨ ਕਰਕੇ ਜਦੋਂ ਇਹ ਬ੍ਰੇਨ ਡਿਸਆਰਡਰ ਹੁੰਦਾ ਹੈ, ਅਲਜ਼ਾਈਮਰ ਡਿਜ਼ੀਜ਼ ਹੁੰਦੀ ਹੈ, ਡਿਮੈਂਸ਼ੀਆ ਹੁੰਦਾ, ਉਹ ਇਨਸਾਨ ਬੈਡ ਸਟਿਕਟ ਹੋ ਜਾਂਦਾ, ਇਨਸਾਨ ਦੀ ਸੋਚ ਹੀ ਡਿਫਰੈਂਟ ਹੋ ਜਾਂਦੀ, ਪਰਸਨੈਲਿਟੀ ਚੇਂਜ ਹੁੰਦੀ ਹੈ। I'm just letting you know that personality changes, same person looks different। ਕਈ ਵਾਰੀ ਇੰਨਾ ਬੈਡ ਸਟਿਕਟ ਹੋ ਜਾਂਦਾ ਕਿ ਸਰੀਰ ਹੀ ਆਕੜ ਜਾਂਦਾ, ਪੇਸ਼ੈਂਟ ਦਾ ਪਿਸ਼ਾਬ ਵੀ ਵਿੱਚੇ ਨਿਕਲ ਜਾਂਦਾ, ਟਾਇਲਟ ਵੀ ਵਿੱਚੇ ਨਿਕਲ ਜਾਂਦੀ ਹੈ, ਖਾਣਾ ਵੀ ਸਿੱਧਾ ਮੂੰਹ ਰਸਤੇ ਆਪ ਨਹੀਂ ਖਾ ਸਕਦਾ। ਵੈਲਕਮ ਬੈਕ। ਸ਼ਾਰਟ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਫਿਰ ਸਵਾਗਤ ਹੈ। ਇਸੇ ਪ੍ਰੋਗਰਾਮ ਨੂੰ ਆਪਾਂ ਕੰਟੀਨਿਊਸ ਕਰਦੇ ਹੋਏ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ, ਮੇਰਾ ਖਿਆਲ ਹੈ ਐਨੋਰੈਕਸੀਆ ਨਰਵੋਜ਼ਾ ਬਾਰੇ, ਬੁਲੀਮੀਆ ਬਾਰੇ, ਭੁੱਖ ਦਾ ਨਾ ਲੱਗਣਾ। ਬਾਕੀ ਦਾ ਟਾਈਮ ਆਪਾਂ ਦੂਸਰੀ ਬਿਮਾਰੀ ਅਲਫਾਬੈਟਿਕਲੀ ਏ 'ਤੇ ਕੰਟੀਨਿਊਸ ਕਰਦੇ ਹੋਏ ਗੱਲ ਕਰਦੇ ਹਾਂ, ਅਲਜ਼ਾਈਮਰ ਡਿਜ਼ੀਜ਼, ਡਿਮੈਂਸ਼ੀਆ। ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਬਿਮਾਰੀ ਬਹੁਤ ਸੀਰੀਅਸ ਹੈ, ਇੰਨੀ ਕਾਮਨ ਤਾਂ ਨਹੀਂ, ਲੇਕਿਨ ਸਭ ਤੋਂ ਜ਼ਿਆਦਾ ਸੀਰੀਅਸ। ਜ਼ਿਆਦਾ ਇਹ ਸਿਆਣੀ ਉਮਰ 'ਚ ਹੁੰਦੀ ਹੈ, 50 ਸਾਲ ਤੋਂ ਬਾਅਦ ਚਾਂਸਿਸ ਹੁੰਦੇ, ਕਈ ਵਾਰੀ ਇਹ 70-80 ਸਾਲ ਤੋਂ ਬਾਅਦ ਵੀ ਹੁੰਦੀ ਹੈ, ਲੇਕਿਨ ਏਜ ਦਾ ਇਹਦੇ 'ਚ ਕੋਈ ਗਾਰੰਟੀ ਨਹੀਂ, ਕਿਉਂਕਿ ਇਹ ਬਿਮਾਰੀ ਹੈਗੀ ਹੈ ਬ੍ਰੇਨ ਡਿਸਆਰਡਰ, ਡਿਮੈਂਸ਼ੀਆ। ਬ੍ਰੇਨ ਦੇ ਸੈਲਸ ਵੀਕ ਹੋ ਜਾਂਦੇ ਆ, ਬ੍ਰੇਨ ਕਮਜ਼ੋਰ ਹੋ ਜਾਂਦਾ। ਅਲਜ਼ਾਈਮਰ ਡਿਜ਼ੀਜ਼ ਦਾ ਨਾਂ ਦਿੱਤਾ ਗਿਆ, ਲੇਕਿਨ ਇਹਦੇ ਸਿੰਪਟਮਸ ਕੀ ਹੁੰਦੇ ਆ ਕਿ ਹੌਲੀ ਹੌਲੀ ਉਹ ਇਨਸਾਨ ਜਿਹੜਾ ਪਹਿਲਾਂ ਬੜਾ ਐਕਟਿਵ ਹੁੰਦਾ, ਸਾਰੀ ਉਮਰ ਕੰਮ ਬੜਾ ਕਰ ਰਿਹਾ ਹੁੰਦਾ, ਲੋਕਾਂ ਦਾ ਵੀ ਭਾਵੇਂ ਭਲਾ ਕਰ ਰਿਹਾ ਹੁੰਦਾ, ਭਾਵੇਂ ਉਹ ਡਾਕਟਰ ਵੀ ਹੋਵੇ, ਲੋਕਾਂ ਦੀ ਵੀ ਟਰੀਟਮੈਂਟ ਕਰ ਰਹੇ ਹੋਣ, ਲੇਕਿਨ ਕਈ ਵਾਰੀ ਕੀ ਹੋਏਗਾ ਕਿ ਕਿਸੇ ਕਾਰਨ ਕਰਕੇ ਜਦੋਂ ਇਹ ਬ੍ਰੇਨ ਡਿਸਆਰਡਰ ਹੁੰਦਾ, ਅਲਜ਼ਾਈਮਰ ਡਿਜ਼ੀਜ਼ ਹੁੰਦੀ ਹੈ, ਡਿਮੈਂਸ਼ੀਆ ਹੁੰਦਾ, ਉਹ ਇਨਸਾਨ ਬੈਡ ਸਟਿਕਟ ਹੋ ਜਾਂਦਾ। ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕੀ ਕਹਿ ਰਿਹਾ, ਬੋਲ ਰਹੀ, ਕਈ ਵਾਰੀ ਸਪੀਚ ਵੀ ਚਲੇ ਜਾਂਦੀ, ਬੋਲਿਆ ਵੀ ਨਹੀਂ ਜਾਂਦਾ, ਜਾਂ ਸਾਫ਼ ਨਹੀਂ ਬੋਲਿਆ ਜਾਏਗਾ, ਜਾਂ ਕਈ ਵਾਰੀ ਇਨਸਾਨ ਦੀ ਸੋਚ ਹੀ ਡਿਫਰੈਂਟ ਹੋ ਜਾਂਦੀ, ਪਰਸਨੈਲਿਟੀ ਚੇਂਜ ਹੁੰਦੀ ਹੈ। I'm just letting you know that personality changes, same person looks different। ਕਈ ਵਾਰੀ ਇੰਨਾ ਬੈਡ ਸਟਿਕਟ ਹੋ ਜਾਂਦਾ ਕਿ ਸਰੀਰ ਹੀ ਆਕੜ ਜਾਂਦਾ, ਪੇਸ਼ੈਂਟ ਦਾ ਪਿਸ਼ਾਬ ਵੀ ਵਿੱਚੇ ਨਿਕਲ ਜਾਂਦਾ, ਟਾਇਲਟ ਵੀ ਵਿੱਚੇ ਨਿਕਲ ਜਾਂਦੀ ਹੈ, ਖਾਣਾ ਵੀ ਸਿੱਧਾ ਮੂੰਹ ਰਸਤੇ ਆਪ ਨਹੀਂ ਖਾ ਸਕਦਾ। ਬ੍ਰੇਨ ਡਿਸਆਰਡਰ, dementia, Alzheimer disease happens in the senile stage mostly because of the nervous system shut down। ਕਈ ਕਾਰਨਾਂ ਕਰਕੇ, ਜਿੱਦਾਂ ਮੈਂ ਦੱਸਿਆ ਪਿਛਲੇ ਕੁਝ ਐਪੀਸੋਡਸ ਆਪਾਂ ਗੱਲਾਂ ਕੀਤੀਆਂ, ਸ਼ਰਾਬ ਦੇ ਨਸ਼ੇ ਬਾਰੇ ਵੀ ਕੀਤੀ। ਹਰ ਤਰ੍ਹਾਂ ਦੇ ਨਸ਼ੇ ਨਾਲ ਵੀ ਬ੍ਰੇਨ ਵੀਕ ਹੁੰਦਾ, ਕਿਉਂਕਿ ਜਿਹੜਾ ਵੀ ਨਸ਼ਾ ਤੁਸੀਂ ਕਰੋਗੇ, ਭਾਵੇਂ ਉਸ ਵੇਲੇ ਤੇ ਨਹੀਂ, ਇਹ ਭਾਵੇਂ ਸਿਆਣੀ ਉਮਰ 'ਚ ਜਾ ਕੇ ਵੀ ਉਹਦਾ ਅਸਰ ਹੋ ਸਕਦਾ। ਕਈ ਵਾਰੀ ਕੋਈ ਮਿਰਗੀ ਦੇ ਦੌਰੇ ਹੋਣ, ਭਾਵੇਂ ਐਪੀਲੈਪਸੀ ਹੋਵੇ। ਹਾਂ, ਇਹਦੇ 'ਚ ਇੱਕ ਕਾਰਨ ਮੈਂ ਹੋਰ ਦੱਸਾਂ, ਕਈ ਐਸੇ ਕੈਮੀਕਲਸ ਵੀ ਹੁੰਦੇ ਨੇ, ਕਈ ਐਸੀਆਂ ਦਵਾਈਆਂ ਵੀ ਹੁੰਦੀਆਂ ਨੇ, ਜਿਸ ਤਰ੍ਹਾਂ ਕਿਸੇ ਨੂੰ ਆਰਸੈਨਿਕ ਜ਼ਿਆਦਾ ਹੋਵੇ ਜਾਂ ਮਰਕਰੀ ਜ਼ਿਆਦਾ ਹੋਵੇ, ਅਤੇ ਕਈ ਵਾਰੀ ਇਸੇ ਕਰਕੇ ਅਮਰੀਕਾ 'ਚ ਇਹ ਚੀਜ਼ਾਂ ਬੈਂਡ ਨੇ, ਕਿਉਂਕਿ ਉਹ ਵੀ ਜਸਟ ਲਾਈਕ ਏ ਪੋਇਜ਼ਨ ਕੰਮ ਕਰਦੀਆਂ ਨੇ। ਮੇਨਲੀ ਕੀ ਹੁੰਦਾ ਹੈ ਕਿ ਬ੍ਰੇਨ ਡਿਸਆਰਡਰ ਹੈ, ਡਿਮੈਂਸ਼ੀਆ, ਅਲਜ਼ਾਈਮਰ ਡਿਜ਼ੀਜ਼, ਸਰੀਰ ਇੰਨਾ ਨਿਟਾਲ ਹੋ ਜਾਂਦਾ ਕਿ ਇਨਸਾਨ ਨਾ ਚੰਗੀ ਤਰ੍ਹਾਂ ਤੁਰ ਫਿਰ ਸਕਦਾ। ਕਈ ਵਾਰੀ ਸ਼ੁਰੂ ਦੇ ਵਿੱਚ ਚਲਦੇ ਚਲਦੇ ਗਿਰ ਜਾਏਗਾ ਪੇਸ਼ੈਂਟ, ਫਿਰ ਉਹਨੂੰ ਕਿਸੇ ਸਪੋਰਟ ਦੇ ਨਾਲ, ਸਟਿਕ ਦੇ ਨਾਲ ਜਾਂ ਵਾਕਰ ਦੇ ਨਾਲ ਹੌਲੀ ਹੌਲੀ ਚੱਲਣ 'ਤੇ ਮਜਬੂਰ ਹੋ ਜਾਂਦਾ। ਫਿਰ ਉਹ ਸਟੇਜ ਆ ਜਾਂਦੀ ਹੈ ਕਿ ਇਨਸਾਨ ਦੀ ਯਾਦਦਾਸ਼ਤ ਹੀ ਖਤਮ ਹੋ ਜਾਂਦੀ ਹੈ। ਘਰ ਦੇ ਮੈਂਬਰਸ ਨੂੰ ਇਨਸਾਨ ਨਹੀਂ ਪੂਰੀ ਤਰ੍ਹਾਂ ਪਹਿਚਾਣਦਾ, ਇਹੋ ਜਿਹੀ ਸਟੇਜ ਵੀ ਆ ਜਾਂਦੀ ਹੈ। ਬੋਲਦੇ ਬੋਲਦੇ ਉਹਨਾਂ ਦੇ ਮੂੰਹ 'ਚੋਂ ਪਾਣੀ ਵਗਣ ਲੱਗ ਜਾਏਗਾ। ਖਾਣਾ ਤੁਸੀਂ ਮੂੰਹ 'ਚ ਪਾ ਰਹੇ ਹੋ, ਆਪਣੇ ਆਪ ਕਈ ਵਾਰ ਇਨਸਾਨ ਨਹੀਂ ਖਾਣਾ ਖਾ ਸਕਦਾ। ਟਾਇਲਟ ਆਪਣੇ ਆਪ ਨਹੀਂ ਜਾ ਸਕੇਗਾ, ਯੂਰਿਨ ਆਪਣੇ ਆਪ ਨਹੀਂ ਕਰੇਗਾ। ਕਈ ਵਾਰੀ ਫਿਰ ਉਹ ਯੂਰਿਨ ਵੀ ਬੈੱਡ 'ਤੇ ਕਰ ਦਿੰਦਾ, ਬੈੱਡ ਸਟਿਕਡ ਪੇਸ਼ੈਂਟ ਹੋ ਜਾਂਦਾ। ਫਿਰ ਅਖੀਰ ਇਹੋ ਜਿਹੀ ਸਟੇਜ ਆਉਂਦੀ, ਬੈੱਡ ਸੋਰਸ ਹੋ ਜਾਂਦੇ, ਹੌਸਪੀਟਲਾਈਜੇਸ਼ਨ ਬਹੁਤ ਨੈਸੈਸਰੀ ਹੁੰਦੀ ਉਹਦੇ 'ਚ। ਔਰ ਇਹ ਬਿਮਾਰੀ ਪੇਸ਼ੈਂਟ ਨੂੰ ਤਾਂ ਤਕਲੀਫ ਹੁੰਦੀ ਆ, ਲੇਕਿਨ ਪੇਸ਼ੈਂਟ ਨੂੰ ਇੰਨਾ ਆਪਣੇ ਆਪ ਪਤਾ ਨਹੀਂ ਲੱਗ ਰਿਹਾ ਹੁੰਦਾ, ਕਿਉਂਕਿ ਹੀ ਇਜ਼ ਨਾਟ ਦੈਟ ਐਕਟਿਵ ਮੈਂਟਲੀ, ਫਿਜ਼ੀਕਲੀ। ਉੱਪਰਲੇ ਜਿਹੜੇ ਘਰ ਦੇ ਅਟੈਂਡੈਂਟਸ ਹੁੰਦੇ ਆ, ਜ਼ਿਆਦਾ ਪ੍ਰੋਬਲਮ ਉਹਨਾਂ ਲਈ ਹੋ ਜਾਂਦੀ ਆ। ਉਹਨਾਂ ਨੇ ਦੇਖੋ ਪੇਸ਼ੈਂਟ ਦੀ ਹਰ ਵੇਲੇ ਟੇਕ ਕੇਅਰ ਕਰਨੀ, ਇੱਕ ਬੰਦਾ ਹਰ ਵੇਲੇ ਅਟੈਂਟਿਵ ਜ਼ਰੂਰ ਰਹੇਗਾ।
ਕਈ ਵਾਰੀ ਪੇਸ਼ੈਂਟ ਦੀ ਵਾਈਫ, ਧੀਆਂ, ਬੱਚੇ, ਭੈਣ ਭਰਾ ਸਾਰੇ ਮਿਲ ਕੇ ਵਾਰੀ ਸਾਰੀ ਰਾਤ ਜਾਗਣਗੇ। ਕੋਈ ਪਤਾ ਨਹੀਂ ਪੇਸ਼ੈਂਟ ਨੂੰ ਕਿਸੇ ਵੇਲੇ ਪਿਸ਼ਾਬ ਆ ਜਾਏ, ਕਿਸੇ ਵੇਲੇ ਟੋਇਲਟ ਆ ਜਾਏ, ਖਾਣਾ ਕਿਸ ਵੇਲੇ ਖਵਾਉਣਾ, ਔਰ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬ੍ਰੇਨ ਕੀ ਕਹਿ ਰਿਹਾ ਇਸ ਵੇਲੇ। ਪੇਸ਼ੈਂਟ ਨੂੰ ਆਪਣੇ ਆਪ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ। ਔਰ ਸਭ ਤੋਂ ਜ਼ਿਆਦਾ ਡੇਂਜਰਸ ਉਦੋਂ ਕੰਡੀਸ਼ਨ ਹੋ ਜਾਂਦੀ ਜਦੋਂ ਸਰੀਰ ਧਨੁਸ਼ ਵਾਂਗਰ ਆਕੜ ਜਾਂਦਾ। ਜਦੋਂ ਧਨੁਸ਼ ਵਾਂਗਰ ਆਕੜ ਦਾ ਮੇਰਾ ਮਤਲਬ ਕਹਿਣ ਦਾ, ਇੰਨਾ ਹਾਰਡ ਸਟਿਕਟ ਪੇਸ਼ੈਂਟ ਹੋ ਜਾਂਦਾ ਕਿ 4 ਬੰਦੇ ਘਰ ਦੇ ਵੀ ਕਈ ਵਾਰੀ ਫੜ ਕੇ ਉਠਾ ਕੇ ਟੋਇਲਟ ਤੱਕ ਲਿਜਾਣਾ ਮੁਸ਼ਕਲ ਹੋ ਜਾਂਦਾ। ਦੈਟ ਇਜ਼ ਰੀਅਲੀ ਹੈਲ ਆਫ ਦਾ ਲਾਈਫ। ਘਰ ਦੇ ਕਈ ਵਾਰੀ ਇੰਨੇ ਪਰੇਸ਼ਾਨ ਹੋ ਜਾਂਦੇ ਉਸ ਸਟੇਜ ਦੇ ਵਿੱਚ, ਰੱਬ ਅੱਗੇ ਪ੍ਰਾਰਥਨਾ ਕਰਦੇ ਕਿ ਇਹਦੇ ਨਾਲ ਤੇ ਪਰਮਾਤਮਾ ਉਠਾ ਹੀ ਲਵੇ। ਸੋ ਟੁਡੇ ਵੀ ਆਰ ਟਾਕਿੰਗ ਅਬਾਊਟ Alzheimer disease, dementia. That's not so common. It happens in the senile stage. But 1 million people, I think, are suffering from the Alzheimer's disease in America. At least 1 million. I don't remember the exact figure, but at least I think 1-2 million people are suffering from this disease, Alzheimer disease. ਉਸ ਵੇਲੇ ਨਵੀਂ ਰਿਸਰਚ ਤਾਂ ਬਹੁਤ ਹੈ, ਕਈ ਤਰ੍ਹਾਂ ਦੇ ਤੁਹਾਨੂੰ ਇੰਜੈਕਸ਼ਨ, ਕਈ ਵਾਰੀ ਤੁਹਾਨੂੰ ਪੈਡਸ ਦੇ ਦਿੰਦੇ ਲਗਾਉਣ ਦੇ ਲਈ, ਲੇਕਿਨ ਜਿੰਨੀ ਅੰਗਰੇਜ਼ੀ ਦਵਾਈ ਇਹਦੇ 'ਚ ਦੇਣਗੇ ਅਖੀਰ ਉਹਦੇ ਨਾਲ ਹੌਲੀ ਸਰੀਰ ਵੀਕ ਹੀ ਹੋਣਾ। ਔਰ ਉਹਨਾਂ ਨੇ ਸਾਫ਼ ਕਹਿਣਾ ਕਿ ਇਹਦਾ ਸਾਡੇ ਕੋਲ ਕੋਈ ਇਲਾਜ ਨਹੀਂ। ਅਲਜ਼ਾਈਮਰ ਡਿਜ਼ੀਜ਼ ਦਾ ਵੀ ਇਲਾਜ ਜੇ ਹੈ ਤੇ ਨੈਚੁਰਲ 'ਚ ਸਪਲੀਮੈਂਟਸ, ਭਾਵੇਂ ਤੁਸੀਂ ਜਿੰਕੋ ਬਾਇਲੋਬਾ ਦਿਓ, ਮਿਊਕਿਨਾ ਪ੍ਰੋਡੀਅੰਸ ਦਿਓ, ਅਸ਼ਵਗੰਧਾ ਦਿਓ, ਇਹ ਤਾਂ ਕੁਛ ਐਸੇ ਨਾਮ ਨੇ, ਲੇਕਿਨ ਐਸੀਟਾਈਲ ਕੋਲਿਨ, ਆਈਨੋਸਾਈਟੋਲ, ਆਈ ਮੀਨ ਟੂ ਸੇ ਦੇਰ ਇਜ਼ ਅ ਲੋਟ ਆਫ ਡਿਟੇਲਸ ਆਫ ਦ ਇਨਗ੍ਰੈਡੀਐਂਟਸ। ਲੇਕਿਨ ਜਦੋਂ ਅਸੀਂ ਤੁਹਾਨੂੰ ਦਵਾਈ ਭੇਜਣੀ ਹੈ ਉਹਦੇ ਵਿੱਚ ਤੁਹਾਨੂੰ ਸਭ ਤਰ੍ਹਾਂ ਦੀ ਚੀਜ਼ ਮਿਲਣੀ ਹੈ, ਲੈਸੀਥਿਨ ਵੀ, ਆਈਨੋਸਾਈਟੋਲ ਵੀ। ਇਹ ਬ੍ਰੇਨ ਦੇ ਇਨਗ੍ਰੈਡੀਐਂਟਸ ਹੋ ਜਾਂਦੇ ਜਿਹੜੇ ਬ੍ਰੇਨ ਦੇ ਸੈਲਸ ਨੂੰ ਐਕਟਿਵ ਕਰਨ ਲਈ ਇਹ ਇਨਗ੍ਰੈਡੀਐਂਟਸ ਵੀਕ ਹੋ ਜਾਂਦੇ, ਜਿਹੜੇ ਫਿਰ ਅਸੀਂ ਤੁਹਾਨੂੰ ਸਪਲੀਮੈਂਟਸ ਦੇ ਰਸਤੇ ਦੇਣੇ ਹੁੰਦੇ ਆ। ਉਹ ਜਦੋਂ ਤੁਸੀਂ 2-4 ਮਹੀਨੇ, 6 ਮਹੀਨੇ, ਸਾਲ ਖਾ ਲੈਂਦੇ ਹੋ ਤਾਂ ਕਈ ਵਾਰੀ ਇਸ ਬਿਮਾਰੀ ਤੋਂ ਵੀ ਬਚ ਸਕਦੇ ਹੋ, ਵਿਚ ਇਜ਼ ਵੈਰੀ ਡਿਫਿਕਲਟ ਟੂ ਸੇ, ਔਰ ਵੈਟ ਡਿਪੈਂਡਸ ਕਿ ਕਿੰਨੀ ਤੁਸੀਂ ਜਲਦੀ ਸ਼ੁਰੂ ਕਰ ਲੈਂਦੇ ਹੋ। ਜੇ ਉਹ ਦਵਾਈ ਪੇਸ਼ੈਂਟ ਆਪਣੇ ਆਪ ਖਾਣ ਲੱਗ ਜਾਏ ਔਰ ਫਿਰ ਉਹ ਪੇਸ਼ੈਂਟ ਉਹੀ ਦੁਬਾਰਾ ਐਕਟਿਵ ਹੋ ਜਾਂਦਾ, ਉਹੀ ਬ੍ਰੇਨ ਸੈਲਸ, ਕਿਉਂਕਿ ਆਈ ਐਮ ਟੈਲਿੰਗ ਯੂ ਕਿ ਵੀ ਹੈਵ ਟੂ ਰੀਐਕਟੀਵੇਟ ਦਾ ਡੈਡ ਸੈਲਸ ਆਫ ਦੀ ਬ੍ਰੇਨ, ਵਿਚ ਇਜ਼ ਨਾਟ ਦੈਟ ਈਜ਼ੀ। ਉਹ ਸੈਲਸ ਕਿਉਂ, ਨਿਊਰੋਨਸ, ਨਰਵਸ ਸੈਲਸ, ਬ੍ਰੇਨ ਟਿਸ਼ੂਜ਼ ਜਿੰਨੇ ਡੈਮੇਜ ਹੋ ਸਕਦੇ ਆ ਉਹਨਾਂ ਨੂੰ ਫਿਰ ਉਹੀ, ਜਿੱਦਾਂ ਜਿੰਕੋ ਬਾਇਲੋਬਾ ਮੈਂ ਦੱਸਿਆ, ਕਿਉਂ ਇਹ ਵਨ ਆਫ ਦਾ ਇਨਗ੍ਰੈਡੀਐਂਟ ਮੈਂ ਦੱਸਿਆ, ਕਿਉਂਕਿ ਕਈ ਸੀਕ੍ਰੇਟ ਅਸੀਂ ਨਹੀਂ ਦੱਸਦੇ, ਪਰ ਫਿਰ ਮੈਂ ਕਈ ਨਾਮ ਦੱਸ ਵੀ ਦਿੱਤੇ ਆਲਰੇਡੀ। ਇਹ ਜਦੋਂ ਫਾਰਮੂਲਾ ਤੁਹਾਨੂੰ ਪਹੁੰਚਦਾ, ਜੇ ਐਲਜ਼ਾਈਮਰ ਡਿਜ਼ੀਜ਼ ਹੋਵੇ, ਮੈਂ ਕਲੀਅਰ ਕਹਿਣਾ ਕਿ ਇੰਨੀ ਜਲਦੀ ਫਰਕ ਨਹੀਂ ਪੈਣਾ। ਜੇ ਤੁਸੀਂ ਕਹੋ ਵੀ ਮੈਂ 1 ਮਹੀਨੇ ਦੀ ਦਵਾਈ ਦੇ ਨਾਲ ਐਲਜ਼ਾਈਮਰ ਡਿਜ਼ੀਜ਼ ਠੀਕ ਹੋ ਜੇ, ਤੇ ਫੋਰਗੇਟ ਅਬਾਊਟ ਇਟ। ਐਟ ਲੀਸਟ 6 months minimum. If somebody is suffering from Alzheimer disease or dementia, you have to take these medicines at least 6 months or a year or more even, because ਉਹ ਫਿਰ ਨਵਾਂ ਜਨਮ ਹੋ ਜਾਂਦਾ ਇਨਸਾਨ ਦਾ। ਨਵਾਂ ਜਨਮ ਮਤਲਬ ਜਦੋਂ ਅਲਜ਼ਾਈਮਰ ਡਿਜ਼ੀਜ਼ ਹੋਵੇ, ਮੈਂ ਤੁਹਾਨੂੰ ਕਿਹਾ ਕਲੀਅਰਲੀ ਕਿ ਚੇਂਜ ਆਫ ਪਰਸਨੈਲਿਟੀ, ਬੰਦੇ ਦੀ ਪਰਸਨੈਲਿਟੀ ਬਦਲ ਜਾਂਦੀ ਹੈ, ਬੰਦਾ ਹੀ ਬਦਲ ਜਾਂਦਾ, ਬੰਦੇ ਦੀ ਯਾਦਦਾਸ਼ਤ ਬਦਲ ਜਾਂਦੀ, ਬ੍ਰੇਨ ਸੈਲਸ ਵੀਕ ਹੋ ਜਾਂਦੇ ਆ, ਬੰਦੇ ਨੂੰ ਨਾ ਆਪਣੇ ਆਪ ਖਾ ਸਕਦਾ, ਨਾ ਚੱਲ ਸਕਦਾ, ਨਾ ਬੋਲ ਸਕਦਾ, ਨਾ ਕੁਝ ਯਾਦ ਕਰ ਸਕਦਾ। ਸਮਟਾਈਮਸ ਤੁਸੀਂ ਗੱਲ ਕਿਸੇ ਨਾਲ ਕਰ ਰਹੇ ਹੋ, ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ, ਘਰ ਦੇ ਮੈਂਬਰਸ ਨੂੰ ਵੀ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ। ਸਭ ਤੋਂ ਜ਼ਿਆਦਾ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਇਨਸਾਨ ਟੋਇਲਟ ਤੱਕ ਨਹੀਂ ਆਪਣੇ ਆਪ ਬੈਠ ਸਕਦਾ। ਉਹਨਾਂ ਨੇ ਦੇਖੋ ਕਈ ਤਰ੍ਹਾਂ ਦੇ ਤੁਹਾਨੂੰ, ਜਿਸ ਤਰ੍ਹਾਂ ਨਿਊਲੀ ਬੋਰਨ ਬੇਬੀ ਹੁੰਦਾ ਨਾ, ਉਸ ਤਰ੍ਹਾਂ ਤਾਂ ਹੀ ਉਹ ਕਹਿੰਦੇ ਨਾ ਬੱਚਾ ਬੁੱਢਾ ਇੱਕ ਬਰਾਬਰ। ਇਹ ਇੱਕ ਭੈੜੀ ਬਿਮਾਰੀ ਆ ਜਿਹੜੀ ਇੰਨੀ ਕਾਮਨ ਤਾਂ ਨਹੀਂ, ਲੇਕਿਨ ਕਿਉਂਕਿ ਅਸੀਂ ਅਲਫਾਬੈਟਿਕਲੀ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹਰ ਹਫਤੇ, ਅੱਜ ਦੇ ਪ੍ਰੋਗਰਾਮ 'ਚ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਐਲੋਪੇਸ਼ੀਆ ਬਾਰੇ ਜਾਂ ਐਨੋਰੈਕਸੀਆ ਨਰਵੋਜ਼ਾ ਬਾਰੇ, ਔਰ ਫਿਰ ਇਹਨੂੰ ਕੰਟੀਨਿਊਸ ਕਰਦੇ ਅਲਜ਼ਾਈਮਰ ਡਿਜ਼ੀਜ਼। ਅਲਜ਼ਾਈਮਰ ਡਿਜ਼ੀਜ਼ ਦਾ ਮਤਲਬ ਹੈ ਕਿ ਡਿਮੈਂਸ਼ੀਆ, ਬ੍ਰੇਨ ਸੈਲਸ ਵੀਕ ਹੋਣੇ, ਬ੍ਰੇਨ ਡਿਸਆਰਡਰ, ਨਰਵਸ ਡਿਸਆਰਡਰ। ਇਸ ਕਰਕੇ ਜਵਾਨੀ ਦੇ ਟਾਈਮ ਜਦੋਂ ਇਨਸਾਨ ਚੰਗਾ ਉਸ ਵੇਲੇ ਨਹੀਂ ਸੋਚਦਾ, ਇਸ ਕਰਕੇ ਮੈਂ ਹਮੇਸ਼ਾ ਕਿਹਾ ਨਸ਼ਿਆਂ ਤੋਂ ਬਚੋ, ਸ਼ਰਾਬ ਤੋਂ ਬਚੋ, ਸਿਗਰਟ ਤੋਂ, ਚਰਸ ਤੋਂ, ਗਾਂਜੇ ਤੋਂ, ਜਿੰਨੇ ਨਸ਼ੇ ਨੇ ਇਹ ਉਸ ਵੇਲੇ ਤੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ, ਲੇਕਿਨ ਅੰਦਰੋਂ ਅੰਦਰ ਇਹ ਬ੍ਰੇਨ ਡਿਸਆਰਡਰਸ ਕਰ ਰਹੇ ਹੁੰਦੇ ਆ, ਨਰਵ ਸੈਲਸ, ਬ੍ਰੇਨ ਸੈਲਸ ਵੀਕ ਹੋ ਰਹੇ ਹੁੰਦੇ ਆ। ਹੌਲੀ ਸਿਨਾਈਲ ਸਟੇਜ ਤਾਂ ਵੈਸੇ ਵੀ ਇਨਸਾਨ ਦਾ ਦਿਮਾਗ ਕਮਜ਼ੋਰ ਪੈ ਜਾਂਦਾ, ਲੇਕਿਨ ਜਦੋਂ ਇਹ ਬਿਮਾਰੀ ਹੋਵੇ ਤੇ ਉਸ ਤੋਂ ਉੱਠਣਾ ਬਹੁਤ ਮੁਸ਼ਕਲ ਹੁੰਦਾ। ਹੌਸਪੀਟਲਾਈਜੇਸ਼ਨ, ਉਹ ਫਿਰ ਆਦਮੀ ਸਦਾ ਵਾਸਤੇ ਹੌਸਪੀਟਲ ਪਿਆ ਰਹਿੰਦਾ, ਹਾਰ ਕੇ ਹੌਸਪੀਟਲ ਵਾਲੇ ਵੀ ਤੰਗ ਆ ਜਾਂਦੇ ਆ। ਸੋ ਆਈ ਐਮ ਗਿਵਿੰਗ ਯੂ ਦ ਵਾਰਨਿੰਗ ਸਨਸ, ਇਫ ਸਮਬਡੀ ਇਜ਼ ਗੋਇੰਗ ਥਰੂ ਦਿਸ ਅਲਜ਼ਾਈਮਰ ਡਿਜ਼ੀਜ਼ ਆਰ ਡਿਮੈਂਸ਼ੀਆ, ਸੋ ਟੇਕ ਇਟ ਸੀਰੀਅਸਲੀ। ਤੁਸੀਂ ਮੈਨੂੰ ਕਾਲ ਕਰੋਗੇ, ਤੁਹਾਨੂੰ ਸਪਲਾਈ ਮਿਲੇਗੀ, ਭਾਵੇਂ 4 ਮਹੀਨੇ ਦੀ ਮੰਗਾਓ, 6 ਮਹੀਨੇ ਦੀ ਮੰਗਾਓ, 1 ਮਹੀਨੇ ਦੀ ਮੰਗਾਓ, ਲੇਕਿਨ ਕੰਟੀਨਿਊਸਲੀ ਖਾਓ।
ਉਹਨਾਂ ਦੇ ਵਿੱਚ ਹਰ ਤਰ੍ਹਾਂ ਦੇ ਉਹ ਇਨਗਰੀਡੀਐਂਟਸ ਜ਼ਰੂਰੀ ਹੁੰਦੇ ਦੇਣੇ ਤਾਂ ਕਿ ਉਹ ਬ੍ਰੇਨ ਸੈਲਸ ਦੁਬਾਰਾ ਕੰਮ ਕਰਨ ਲੱਗ ਜਾਣ। ਕਿੰਨੇ ਖੁਸ਼ ਹੁੰਦੇ ਉਹ ਘਰ ਵਾਲੇ ਜਦੋਂ ਉਹਨਾਂ ਨੂੰ ਦੇਖਦੇ ਆ ਕਿ ਇਹ ਬੰਦਾ ਹੁਣ ਸਾਡੇ ਨਾਲ ਪਹਿਲਾਂ ਸਾਨੂੰ ਪਹਿਚਾਣਦਾ ਨਾ ਸੀ, ਪਹਿਚਾਨਣ ਲੱਗ ਗਿਆ। ਇਹ ਆਪਣੇ ਆਪ ਖਾ ਨਹੀਂ ਸੀ ਸਕਦਾ, ਹੁਣ ਆਪਣੇ ਆਪ ਖਾਣ ਲੱਗ ਗਿਆ। ਅੱਗੇ ਪਿਸ਼ਾਬ ਵਿੱਚੇ ਨਿਕਲ ਜਾਂਦਾ ਸੀ, ਹੁਣ ਕਮ ਸੇ ਕਮ ਉੱਠ ਕੇ ਪਿਸ਼ਾਬ ਵੀ ਕਰਨ ਲੱਗ ਗਿਆ। ਕਿੰਨਾ ਟਾਈਮ ਲੱਗਿਆ ਉਹਦੇ ਲਈ? ਕਈ ਵਾਰੀ ਅਸੀਂ ਤੁਹਾਨੂੰ ਤੇਲ ਦੇਣੇ ਮਸਾਜ ਲਈ, ਬ੍ਰੇਨ ਦੇ ਲਈ ਖਾਸ। ਸ਼ਿਰੋਧਰਾ ਆਇਲ ਵੀ ਉਹਦੇ 'ਚ ਆਉਂਦਾ, ਅਸ਼ਵਗੰਧਾ ਆਇਲ ਵੀ ਉਹ 'ਚ ਆਉਂਦਾ, ਅਸ਼ਵਗੰਧਾ ਬਾਲਾ ਆਇਲ ਵੀ ਉਹ 'ਚ ਆਉਂਦਾ। ਆਈ ਮੀਨ ਦੇਰ ਆਰ ਸੋ ਮੈਨੀ ਇਨਗਰੀਡੀਐਂਟਸ, ਆਈ ਕੈਨ ਟੈਲ ਯੂ ਆਲ ਦ ਡਿਟੇਲਸ ਔਨ ਦ openly on the national TV, but because of this ingredients, these supplements, you have to continuously take it to get rid of this disease, Alzheimer disease, dementia. ਇਸ ਬਿਮਾਰੀ ਤੋਂ ਬਚਣ ਦੇ ਲਈ ਜੇ ਕਿਸੇ ਨੂੰ ਹੈ ਤੇ ਬਹੁਤ ਸੀਰੀਅਸਲੀ ਲਓ। ਇਲਾਜ ਇਹਦਾ ਹੈ, ਜੇ ਇਲਾਜ ਹੈ ਤੇ ਆਯੁਰਵੈਦਿਕ 'ਚ ਉਹ ਇੱਕ ਸਮਝੋ ਕਰਾਮਾਤ ਹੋ ਜਾਂਦੀ ਹੈ, ਨਵਾਂ ਜਨਮ ਹੋ ਜਾਂਦਾ, ਜਿਹੜਾ ਬਹੁਤ ਮੁਸ਼ਕਿਲ ਹੈ ਇਸ ਬਿਮਾਰੀ ਦਾ ਇਲਾਜ। ਲੇਕਿਨ ਜਿੱਦਾਂ ਮੈਂ ਕਿਹਾ, ਭਾਵੇਂ ਪਾਰਕਿੰਸਨਸ ਡਿਜ਼ੀਜ਼ ਹੋਵੇ, ਅਲਜ਼ਾਈਮਰ ਡਿਜ਼ੀਜ਼ ਹੋਵੇ, ਯਾਦਦਾਸ਼ਤ ਦੀ ਕਮੀ, ਬ੍ਰੇਨ ਡਿਸਆਰਡਰ ਹੋ ਜਾਏ, ਬ੍ਰੇਨ ਵੀਕ ਹੋਣ, ਸਾਡੇ ਕੋਲ ਹਰ ਚੀਜ਼ ਦਾ ਇਲਾਜ ਹੈ। ਔਰ ਜੇ ਇਲਾਜ ਹੈ ਤਾਂ ਸਿਰਫ ਦੇਸੀ। ਜਿੱਦਾਂ ਮੈਂ ਕਿੰਨੀ ਵਾਰੀ ਦੱਸਿਆ ਵੀ ਅਸ਼ਵਗੰਧਾ ਉਹਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ, ਕੌਂਚ ਬੀਜ ਹੋਣੇ ਚਾਹੀਦੇ। ਹਾਂ, ਇਹ ਪੇਸ਼ੈਂਟਸ ਨੂੰ ਕਈ ਵਾਰੀ ਆਰਸੈਨਿਕ ਜਾਂ ਮਰਕਰੀ ਜਦੋਂ ਦਿੱਤਾ ਜਾਵੇ ਜ਼ਿਆਦਾ, ਉਹ ਵੀ ਵਨ ਆਫ ਦਾ ਰੀਜ਼ਨਸ ਹੁੰਦਾ। ਨਸ਼ੇ ਵੀ, ਆਰਸੈਨਿਕ ਵੀ, ਔਰ ਨਿਊਟਰੀਐਂਟਸ ਔਰ ਉਹ ਸਪਲੀਮੈਂਟਸ ਦੀ ਕਮੀ ਕਰਕੇ। ਮੇਰਾ ਖਿਆਲ ਹੈ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਪਣੇ ਸ਼ਬਦਾਂ ਦੀ ਬਾਣੀ ਨੂੰ ਇੱਥੇ ਵਿਰਾਮ ਦਿੰਦਾ ਹੋਇਆ ਅੱਜ ਦਾ ਟੌਪਿਕ ਬੰਦ ਕਰਦੇ। ਅਗਲੇ ਹਫਤੇ ਆਪਾਂ ਫੇਰ ਮਿਲਾਂਗੇ। ਥੈਂਕਸ ਫॉर ਵਾਚਿੰਗ ਟੂ ਮੀ, ਲਿਸਨਿੰਗ ਟੂ ਮੀ। ਨਮਸਕਾਰ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।